ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਸਾਡੀਆਂ ਪੋਲੀਟੀਕਲ ਪਾਰਟੀਆਂ, ਸਿਆਸੀ ਪਾਰਟੀਆਂ ਤੇ ਇਹਨਾਂ ਦੇ ਨੁਮਾਇੰਦੇ ਜਿਹੜੇ ਇਹਨਾਂ ਪਾਰਟੀਆਂ ਦੇ ਲੀਡਰਸ ਹੁੰਦੇ ਨੇ, ਸਾਨੂੰ ਅਕਸਰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਵੀ ਵੱਖਰੇ ਆ ਤੇ ਸਾਡੀਆਂ ਪਾਰਟੀਆਂ ਵੀ ਵੱਖਰੇ ਆ। ਚਾਹੇ ਇਹਨਾਂ ਦੇ ਰੰਗ ਕੋਈ ਵੀ ਹੋਣ, ਕਿਸੇ ਦਾ ਭਗਵਾ ਰੰਗ ਆ, ਕਿਸੇ ਦਾ ਨੀਲਾ ਰੰਗ ਆ, ਕਿਸੇ ਦਾ ਸਫੇਦ ਰੰਗ ਆ, ਕਿਸੇ ਦਾ ਕੇਸਰੀ ਰੰਗ ਆ ਤੇ ਕਿਸੇ ਦਾ ਬਸੰਤੀ ਰੰਗ ਆ। ਰੰਗ ਇਹਨਾਂ ਦੇ ਵੱਖਰੇ ਵੱਖਰੇ ਆ ਤੇ ਆਪਣੇ ਆਪ ਨੂੰ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਅਸੀਂ ਦੂਸਰੀ ਪਾਰਟੀ ਤੋਂ ਬਿਲਕੁਲ ਵੱਖਰੇ ਆ। ਪਰ ਜੇ ਤੁਸੀਂ ਇਹਨਾਂ ਦੀ ਮਾਨਸਿਕਤਾ ਦੇਖੋ ਤੇ ਇਹਨਾਂ ਦੀ ਮਾਨਸਿਕਤਾ ਬਿਲਕੁਲ ਇੱਕੋ ਜਿਹੀ ਆ। ਕੋਸ਼ਿਸ਼ ਜ਼ਰੂਰ ਕਰਦੇ ਆ ਆਪਣੇ ਆਪ ਨੂੰ ਵੱਖਰਾ ਦੱਸਣ ਦੀ, ਪਰ ਕਿਸੇ ਵੇਲੇ ਵੀ ਕਿਸੇ ਵੀ ਪਾਰਟੀ ਚੋਂ ਨਿਕਲ ਕੇ ਦੂਸਰੀ ਪਾਰਟੀ ਜੁਆਇਨ ਕਰ ਲੈਂਦੇ ਆ ਤੇ ਸਾਡੇ ਤੇ ਅਹਿਸਾਨ ਇਹ ਜਤਾਉਂਦੇ ਆ ਕਿ ਤੁਹਾਡੇ ਕਰਕੇ ਮੈਂ ਦੂਸਰੀ ਪਾਰਟੀ ਚਲਾ ਗਿਆ ਕਿਉਂਕਿ ਤੁਹਾਡੀ ਪੁੱਛ ਨਹੀਂ ਸੀ ਹੋ ਰਹੀ। ਦਰਅਸਲ ਲੋੜ ਤਾਂ ਆਪਣੀ ਹੁੰਦੀ ਹੈ, ਲਾਲਚ ਆਪਣਾ ਹੁੰਦਾ। ਮੈਂ ਸੰਦਰਭ 'ਚ ਜਿਹੜੇ ਗੱਲ ਕਰ ਰਿਹਾ ਉਹ ਇਸ ਸੰਦਰਭ 'ਚ ਗੱਲ ਕਰ ਰਿਹਾ ਕਿ ਇਹਨਾਂ ਸਾਰੇ ਲੀਡਰਸ ਨੂੰ, ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਜੇ ਇਸ਼ਤਿਹਾਰਾਂ ਦੇ ਵਿੱਚ ਇਹਨਾਂ ਦੇ ਚਿਹਰੇ ਨਾ ਛਪੇ, ਜੇ ਇਸ਼ਤਿਹਾਰਾਂ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਨਹੀਂ ਛਪੀਆਂ ਜਾਂ ਬੈਨਰਸ ਤੇ ਇਹਨਾਂ ਦੀ ਪਬਲਿਸਿਟੀ ਨਹੀਂ ਹੋਈ, ਇਹਨਾਂ ਦੀ ਮਸ਼ਹੂਰੀ ਨਾ ਹੋਈ, ਤਾਂ ਹੋ ਸਕਦਾ ਇਹ ਚੋਣਾਂ ਹਾਰ ਜਾਣ, ਲੋਕ ਇਹਨਾਂ ਨੂੰ ਭੁੱਲ ਹੀ ਜਾਣ। ਪਰ ਇਹ ਭੁੱਲ ਜਾਂਦੇ ਨੇ ਕਿ ਇਹ ਲੋਕਾਂ ਨੇ ਇਹਨਾਂ ਨੂੰ ਵੋਟਾਂ ਇਹਨਾਂ ਦੇ ਕੰਮ ਤੇ ਦੇਣੀਆਂ ਤੇ ਲੋਕ ਇਹਨਾਂ ਨਾਲੋਂ ਬਹੁਤ ਜ਼ਿਆਦਾ ਸਿਆਣੇ ਨੇ। ਮੈਂ ਜੇ ਤੁਹਾਨੂੰ ਇੱਕ ਐਗਜ਼ਾਮਪਲ ਦਵਾਂ ਕਿ ਜੇ ਇਹੀ ਗੱਲ ਹੁੰਦੀ, ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੰਨ 2017 ਦੇ ਵਿੱਚ ਹਾਰਦੀ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੰਨ 2022 ਦੇ ਵਿੱਚ ਹਾਰਦੀ, ਤੇ ਨਾ ਹੀ ਹੁਣ ਭਗਵੰਤ ਮਾਨ ਇਹ ਕਹਿ ਸਕਦੇ ਆ ਕਿ ਸਾਡੀ ਸਰਕਾਰ ਤਾਂ ਹਮੇਸ਼ਾ ਲਈ ਬਣ ਗਈ ਹੈ, ਕਦੇ ਸੱਤਾ ਤੋਂ ਬਾਹਰ ਹੀ ਨਹੀਂ ਜਾਣੀ। ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜੇ ਸਾਡੀਆਂ ਲਗਾਤਾਰ ਮਸ਼ਹੂਰੀਆਂ ਹੁੰਦੀਆਂ ਰਹਿਣ, ਫੋਟੋਆਂ ਪੂਰੇ ਸ਼ਹਿਰ 'ਚ ਲੱਗ ਜਾਣ, ਤੇ ਸ਼ਾਇਦ ਅਸੀਂ ਲੋਕਾਂ ਦੇ ਮਨਾਂ ਤੇ ਰਾਜ ਕਰਾਂਗੇ, ਉਹਨਾਂ ਕੋਲ ਤਾਂ ਹੋਰ ਕੋਈ ਕੰਮ ਹੀ ਨਹੀਂ। ਤੇ ਮੈਂ ਇਹ ਗੱਲ ਕਰ ਰਿਹਾ ਆਮ ਆਦਮੀ ਕਲੀਨਿਕਸ ਦੇ ਸੰਦਰਭ ਦੇ ਵਿੱਚ। ਅੱਜ ਕੱਲ੍ਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ, ਸੂਬੇ ਦੀ ਪੰਜਾਬ ਸਰਕਾਰ ਦੇ ਦਰਮਿਆਨ ਇੱਕ ਜੰਗ ਛਿੜੀ ਹੋਈ ਆ। ਜਿਨ੍ਹਾਂ ਆਮ ਆਦਮੀ ਕਲੀਨਿਕਸ ਤੇ ਭਗਵੰਤ ਮਾਨ ਨੇ ਆਪਣੀ ਫੋਟੋ ਲਾਤੀ ਆ, ਕੇਂਦਰ ਸਰਕਾਰ ਕਹਿੰਦਾ ਇਹ ਫੋਟੋ ਲਾਓ, ਜੇ ਫੋਟੋ ਲਾਓਗੇ ਤਾਂ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਜੇ ਤੁਸੀਂ ਫੋਟੋ ਲਾਈ ਰੱਖੀ ਤਾਂ ਫਿਰ ਅਸੀਂ ਪੈਸੇ ਨਹੀਂ ਦੇਣੇ। ਪੈਸੇ ਉਹਨਾਂ ਨੇ ਰੋਕ ਵੀ ਲਏ ਆ। ਦੂਸਰੇ ਪਾਸੇ ਇੱਕ ਹੋਰ ਢੰਗ ਤਰੀਕਾ ਕੱਢਿਆ ਜਾ ਰਿਹਾ, ਕਹਿੰਦੇ ਚੰਗਾ ਫੋਟੋ ਲਾਈ ਰੱਖੋ, ਫਿਰ ਹੁਣ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਫੋਟੋ ਲਾ ਲਓ। ਇਸ ਸਾਰੀ ਗੱਲਬਾਤ ਬਾਰੇ ਮੈਂ ਤੁਹਾਨੂੰ ਦੱਸੂਗਾ ਕਿ ਕਿੱਦਾਂ ਆਪਸ ਦੇ ਵਿੱਚ ਫੋਟੋ ਦੀ ਲੜਾਈ ਚੱਲ ਰਹੀ ਆ, ਤੇ ਜਿਹੜੀ ਅਸਲੀ ਗੱਲ ਜਿਸ ਉੱਤੇ ਇਹਨਾਂ ਸਾਰਿਆਂ ਦਾ, ਦੋਨਾਂ ਸਰਕਾਰਾਂ ਦਾ, ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਾ ਫੋਕਸ ਹੋਣਾ ਚਾਹੀਦਾ ਸੀ ਕਿ ਇਹਨਾਂ ਕਲੀਨਿਕਸ ਦੇ ਵਿੱਚ ਲੋਕਾਂ ਲਈ ਡਾਕਟਰਸ ਪੂਰੇ ਨੇ, ਸਪੈਸ਼ਲਿਸਟ ਪੂਰੇ ਨੇ, ਪੈਰਾਮੈਡਿਕ ਸਟਾਫ ਪੂਰਾ, ਇਹਨਾਂ ਨੂੰ ਮੈਡੀਸਨਸ ਉੱਥੇ ਮਿਲ ਰਹੀਆਂ, ਇਲਾਜ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ, ਇਸ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ। ਫੋਟੋਆਂ ਲਾ ਦਿਓ, ਪੈਸੇ ਆਉਣ ਜਾਂ ਨਾ ਆਉਣ। ਦੂਸਰੇ ਪਾਸੇ ਮੈਂ ਦੇਖ ਰਿਹਾ ਕਿ ਸੁਪਰੀਮ ਕੋਰਟ, ਜਿਸ ਉੱਤੇ ਸਾਰਿਆਂ ਦਾ ਸਾਡਾ ਬੜਾ ਭਰੋਸਾ, ਔਰ ਜਿਸ ਨੇ ਲੋਕਾਂ ਨੂੰ ਇਨਸਾਫ ਦੇਣਾ, ਔਰ ਜਿਸ ਨੇ ਰੂਲ ਆਫ ਲਾਅ, ਕਾਨੂੰਨ ਦਾ ਰਾਜ ਜਿਹੜਾ ਉਹ ਸਥਾਪਿਤ ਕਰਨਾ, ਔਰ ਜਿਸ ਨੇ ਆਪਣੇ ਹੀ ਦਿੱਤੇ ਹੋਏ ਆਰਡਰਸ ਦੀ ਕਦਰ ਕਰਨੀ ਆ। ਪਰ ਸੰਜੇ ਕੁਮਾਰ ਮਿਸ਼ਰਾ ਦੇ ਉਸ ਆਰਡਰ ਦੇ ਵਿੱਚ, ਉਸ ਜਜਮੈਂਟ ਦੇ ਵਿੱਚ ਸੁਪਰੀਮ ਕੋਰਟ ਨੇ ਆਪਣੇ ਹੀ ਆਰਡਰਸ ਦੀ ਅਵੱਗਿਆ ਕੀਤੀ ਆ, ਉਲੰਘਣਾ ਕੀਤੀ ਆ। ਇੱਕ ਵਾਰੀ ਨਹੀਂ, ਦੋ ਵਾਰੀ। ਹਜੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਨੇ ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਨੂੰ ਇਹ ਕਿਹਾ ਸੀ ਕਿ ਬਿਲਕੁਲ ਗੈਰ ਕਾਨੂੰਨੀ ਆ, ਤੇ ਹੁਣ ਕੇਂਦਰ ਸਰਕਾਰ ਦੇ ਕਹਿਣ ਤੇ ਫਿਰ ਇੱਕ ਵਾਰੀ ਉਹਨਾਂ ਨੂੰ ਫਿਰ ਐਕਸਟੈਂਸ਼ਨ ਦੇਤੀ। ਇਹ ਤਾਂ ਆਪਣੇ ਹੀ ਆਰਡਰਸ ਨੂੰ, ਸੰਨ 2021 ਵਾਲੇ ਨੂੰ ਵੀ ਤੇ ਇਸੇ ਤਰ੍ਹਾਂ ਹੁਣੇ ਜਿਹੜਾ 11 ਜੁਲਾਈ ਵਾਲੇ ਨੂੰ, ਆਪਣੇ ਹੀ ਆਰਡਰਸ ਦੀ ਸੁਪਰੀਮ ਕੋਰਟ ਨੇ ਉਲੰਘਣਾ ਕੀਤੀ ਹੈ। ਪੰਜਾਬ ਸਰਕਾਰ ਲਈ ਇੱਕ ਨਵਾਂ ਰੇੜਕਾ ਖੜਾ ਹੋ ਗਿਆ ਜਾਂ ਇੱਕ ਨਵੀਂ ਮੁਸ਼ਕਿਲ ਪੈਦਾ ਹੋ ਗਈ ਆ ਆਮ ਆਦਮੀ ਕਲੀਨਿਕਸ ਨੂੰ ਲੈ ਕੇ। ਉਹ ਆਮ ਆਦਮੀ ਕਲੀਨਿਕਸ ਜਿਹੜੇ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ, ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸੀ, ਜਿਨ੍ਹਾਂ ਨੂੰ ਇਹਨਾਂ ਨੇ ਅਪਗ੍ਰੇਡ ਕਰਨਾ ਸੀ ਜਾਂ ਉਸ ਦੀ ਮੁਰੰਮਤ ਕਰਨੀ ਸੀ, ਉਹਨਾਂ ਨੂੰ ਇਸ ਯੋਗ ਬਣਾਉਣਾ ਸੀ ਤਾਂ ਕਿ ਜਿਹੜੇ ਲੋਕ ਨੇ ਉੱਥੇ ਜਾ ਕੇ ਆਪਣੇ ਇਲਾਜ ਕਰਾ ਸਕਣ। ਇਹਨਾਂ ਨੇ ਉਹਨਾਂ ਸਾਰੀਆਂ ਪ੍ਰਾਇਮਰੀ ਹੈਲਥ ਸੈਂਟਰਸ ਨੂੰ, ਡਿਸਪੈਂਸਰੀਜ਼ ਨੂੰ
ਉਹਨਾਂ ਉੱਤੇ ਰੰਗ ਰੋਗਨ ਕਰਕੇ ਉਹਨਾਂ ਨੂੰ ਨਵੇਂ ਬਣਾ ਕੇ ਤੇ ਇੱਕ ਤਰ੍ਹਾਂ ਆਪਣੇ ਹਿਸਾਬ ਦੇ ਨਾਲ ਉਹਨਾਂ ਦਾ ਨਾਂ ਰੱਖਤਾ ਆਮ ਆਦਮੀ ਕਲੀਨਿਕਸ, ਤੇ ਨਾਲੇ ਉੱਥੇ ਲਾਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ, ਕਹਿੰਦੇ ਤੁਹਾਡਾ ਇਲਾਜ ਇੱਥੇ ਹੋਇਆ ਕਰੂ। ਪਰ ਇਹ ਗੱਲ ਕੇਂਦਰ ਸਰਕਾਰ ਨੂੰ ਪਸੰਦ ਨਹੀਂ ਆਈ। ਉਹ ਕਹਿੰਦੇ ਪੈਸੇ ਤੁਸੀਂ ਸਾਡੇ ਤੋਂ ਲਓ ਤੇ ਫੋਟੋਆਂ ਤੁਸੀਂ ਆਪਣੇ ਮੁੱਖ ਮੰਤਰੀ ਦੇ ਲਾਓ, ਇਹ ਤਾਂ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਨੇ ਮਾਰਚ ਦੇ ਮਹੀਨੇ ਦੇ ਵਿੱਚ 546 ਕਰੋੜ ਦੀ ਇੱਕ ਕਿਸ਼ਤ ਆਉਣੀ ਸੀ ਨੈਸ਼ਨਲ ਹੈਲਥ ਮਿਸ਼ਨ ਕੇਂਦਰ ਦੀਆਂ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਸ ਹੁੰਦੀਆਂ ਜਿਸ ਕਰਕੇ ਉਹ ਸੂਬਿਆਂ ਨੂੰ ਪੈਸੇ ਦਿੰਦੇ ਨੇ। ਪਰ ਸੂਬਿਆਂ ਨੂੰ ਪੈਸੇ ਤਾਂ ਉਹ ਦੇ ਦਿੰਦੇ ਆ, ਪਰ ਉਹ ਚਾਹੁੰਦੇ ਨੇ ਕਿ ਉਸ ਦਾ ਜਿਹੜਾ ਉਸ ਸਾਰੇ ਪੈਸੇ ਦਾ ਜਿਹੜਾ ਉਪਯੋਗ ਆ ਜਾਂ ਉਸ ਦਾ ਯੂਜ਼ ਆ ਉਹਨਾਂ ਦੇ ਹਿਸਾਬ ਨਾਲ ਹੋਵੇ। ਤੇ ਜਦੋਂ ਕੋਈ ਸੂਬਾ ਸਰਕਾਰ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਚੱਲਦੀ ਤੇ ਫਿਰ ਕੇਂਦਰ ਸਰਕਾਰ ਨੂੰ ਕਿਤੇ ਨਾ ਕਿਤੇ ਗੁੱਸਾ ਆ ਜਾਂਦਾ। ਡਾਕਟਰ ਬਲਬੀਰ ਸਿੰਘ ਨੇ, ਜਿਹੜੇ ਖੁਦ ਡਾਕਟਰ ਨੇ ਤੇ ਅੱਜ ਕੱਲ੍ਹ ਪੰਜਾਬ ਦੇ ਉਹ ਹੈਲਥ ਮਿਨਿਸਟਰ ਨੇ, ਸਿਹਤ ਮੰਤਰੀ ਨੇ, ਉਹਨਾਂ ਨੇ ਗੱਲ ਕਹੀ, ਕਹਿੰਦੇ ਦੇਖੋ ਜੀ ਬਿਲਡਿੰਗਸ ਵੀ ਸਾਡੀਆਂ ਨੇ, ਅਸੀਂ ਵਿੱਚ ਪੈਸਾ ਵੀ ਦਿੰਨੇ ਆ ਤੇ ਸਾਨੂੰ ਆਪਣੇ ਹਿਸਾਬ ਦੇ ਨਾਲ ਇਹ ਕੰਮ ਨਹੀਂ ਕਰਨ ਦਿੰਦੇ। ਜੇ ਅਸੀਂ ਆਪਣੇ ਹਿਸਾਬ ਦੇ ਨਾਲ ਚੱਲਾਂਗੇ ਤੇ ਫਿਰ ਕਹਿੰਦੇ ਦੱਸੋ ਇਹਦੇ ਵਿੱਚ ਕੀ ਗਲਤੀ ਆ। ਫਿਰ ਉਹਨਾਂ ਨੂੰ ਸਮਝ ਆਈ ਕਿ ਸਾਡੀਆਂ ਤਾਂ ਕਿਸ਼ਤਾਂ ਰੁਕੀਆਂ ਪਈਆਂ ਨੇ, ਸਾਡਾ ਤਾਂ ਪੈਸਾ ਰੁਕਿਆ ਪਿਆ। ਤੇ ਫਿਰ ਉਹ ਕਹਿੰਦੇ ਕਿ ਚਲੋ ਇਸ ਤਰ੍ਹਾਂ ਕਰਦੇ ਆ, ਕੱਲੀ ਸਾਡੀ ਬ੍ਰਾਂਡਿੰਗ ਨਾ ਹੋਵੇ, ਯਾਨੀ ਕਿ ਸਾਡੀਆਂ ਕੱਲੀਆਂ ਫੋਟੋਆਂ ਨਾ ਲੱਗਣ। ਕੇਂਦਰ ਸਰਕਾਰ ਦੇ ਜਿਹੜੇ ਹੈਲਥ ਮਿਨਿਸਟਰ ਨੇ, ਯੂਨੀਅਨ ਹੈਲਥ ਮਿਨਿਸਟਰ ਨਾਮ ਆ ਉਹਨਾਂ ਦਾ ਮਨਸੁਖ ਮਾਂਡਵੀਆ, ਉਹਨਾਂ ਨੂੰ ਇੱਕ ਚਿੱਠੀ ਲਿਖਦੇ ਆ ਡਾਕਟਰ ਬਲਬੀਰ ਸਿੰਘ, ਕਹਿੰਦੇ ਜੀ ਅਸੀਂ ਕੋ ਬ੍ਰਾਂਡਿੰਗ ਯਾਨੀ ਕਿ ਆਪਸ ਦੇ ਵਿੱਚ ਰਲ ਮਿਲ ਕੇ ਕੁਝ ਕਰ ਲੈਂਦੇ ਆ ਤੇ ਅਸੀਂ ਉਸ ਲਈ ਤਿਆਰ ਹਾਂ, ਪਰ ਸਾਡੇ ਪੈਸੇ ਨਾ ਰੋਕੇ ਜਾਣ, ਸਾਨੂੰ ਪੈਸੇ ਜ਼ਰੂਰ ਦੇ ਦਿਓ। ਤੇ ਕਹਿੰਦੇ ਕਿ ਜਿਹੜਾ ਵੀ ਇਹ ਕੋ ਬ੍ਰਾਂਡਿੰਗ ਦਾ ਮਾਡਲ ਹੋਊਗਾ ਜਾਂ ਜੋ ਅਸੀਂ ਨਵਾਂ ਢੰਗ ਤਰੀਕਾ ਅਪਣਾਵਾਂਗੇ ਉਹ ਅਸੀਂ ਬੈਠ ਕੇ ਕਹਿੰਦੇ ਡਿਸਾਈਡ ਕਰ ਲੈਂਦੇ ਆ, ਝਗੜਾ ਕਿਸ ਗੱਲ ਦਾ। ਤੇ ਹੈਲਥ ਮਹਿਕਮੇ ਨੇ ਕੁਝ ਸੁਝਾਅ ਵੀ ਦਿੱਤੇ ਆ ਕਿ ਆਪਾਂ ਇਸ ਤਰ੍ਹਾਂ ਕਰ ਲੈਂਦੇ ਆ। ਕੇਂਦਰ ਨੇ ਹੁਣ ਸੂਬੇ ਦੇ ਇਸ ਸੁਝਾਅ ਨੂੰ ਉਹ ਮੰਨਦੇ ਨੇ ਕਿ ਨਹੀਂ ਮੰਨਦੇ ਨੇ, ਮੈਂ ਤੁਹਾਨੂੰ ਅਸਲੀ ਗੱਲ ਦੱਸਦਾ। ਕੇਂਦਰ ਨੇ ਇੱਕ ਗੱਲ ਜ਼ਰੂਰ ਇਹਨਾਂ ਨੂੰ ਕਹੀ ਆ, ਕਹਿੰਦੇ ਜੀ ਇਤਰਾਜ਼ ਸਾਨੂੰ ਇੱਕ ਗੱਲ ਤੇ ਨਹੀਂ ਆ, ਕੱਲੀ ਭਗਵੰਤ ਮਾਨ ਦੀ ਫੋਟੋ ਤੇ ਨਹੀਂ ਆ, ਇਤਰਾਜ਼ ਸਾਨੂੰ ਇਹ ਵੀ ਆ ਕਿ ਜਿਹੜਾ ਤੁਸੀਂ ਰੰਗ ਰੋਗਨ ਕੀਤਾ ਆਮ ਆਦਮੀ ਕਲੀਨਿਕਸ ਦੇ ਬਾਹਰ ਆਪਣੀਆਂ ਬਿਲਡਿੰਗਾਂ ਤੇ, ਉਹ ਵੀ ਤੁਸੀਂ ਗਲਤ ਢੰਗ ਨਾਲ ਕਰਤਾ। ਜਿਹੜਾ ਅਸੀਂ ਤੁਹਾਨੂੰ ਸੁਝਾਅ ਦਿੱਤਾ ਸੀ ਜੋ ਇਸ ਸਕੀਮ ਦੇ ਵਿੱਚ ਤੁਸੀਂ ਉਹ ਰੰਗ ਨਹੀਂ ਕੀਤਾ। ਦੂਸਰਾ, ਦਰਵਾਜ਼ਿਆਂ ਤੇ ਖਿੜਕੀਆਂ ਤੇ ਤੁਸੀਂ ਕਮਿਊਨੀਕੇਸ਼ਨ ਗ੍ਰਾਫਿਕਸ ਲਾਉਣੇ ਸੀ। ਉਹ ਗ੍ਰਾਫਿਕਸ ਮੈਂ ਤੁਹਾਨੂੰ ਦੱਸਦਾ, ਜਿਹੜੇ ਗੋਲ ਗੋਲ ਕਰਕੇ ਉੱਥੇ ਸੰਦੇਸ਼ ਲਿਖੇ ਹੁੰਦੇ ਆ, ਮੈਸੇजेस ਲਿਖੇ ਹੁੰਦੇ ਆ ਲੋਕਾਂ ਲਈ, ਜਿਹੜੇ ਮਰੀਜ਼ ਆਉਂਦੇ ਨੇ ਜਾਂ ਮਰੀਜ਼ਾਂ ਦੇ ਨਾਲ ਉਹਨਾਂ ਦੇ ਅਟੈਂਡੈਂਟਸ ਆਉਂਦੇ ਨੇ, ਉਹਨਾਂ ਦੇ ਨਾਲ ਆਉਂਦੇ ਨੇ, ਉਹਨਾਂ ਨੂੰ ਦੱਸਿਆ ਹੁੰਦਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਤੁਹਾਡੀ ਸਿਹਤ ਕਿਸ ਤਰ੍ਹਾਂ ਠੀਕ ਰਹੂਗੀ। ਇੱਕ ਤਰ੍ਹਾਂ ਦੇ ਜਾਣਕਾਰੀ ਭਰਪੂਰ ਉਹ ਸੰਦੇਸ਼ ਹੁੰਦੇ ਆ। ਤੇ ਕਹਿੰਦੇ ਕੇਂਦਰ ਸਰਕਾਰ ਕਹਿੰਦੀ ਇਹਨਾਂ ਨੇ ਉਹਨਾਂ ਸੰਦੇਸ਼ਾਂ ਨੂੰ ਹਟਾ ਕੇ ਤੇ ਆਪਣੇ ਮੁੱਖ ਮੰਤਰੀ ਦੀ ਫੋਟੋ ਲਾਤੀ, ਕਹਿੰਦੇ ਇਹ ਤਾਂ ਸਾਨੂੰ ਮਨਜ਼ੂਰ ਨਹੀਂ। ਉਸ ਤੋਂ ਬਾਅਦ ਤੁਸੀਂ ਦੇਖੋ ਕੇਂਦਰ ਨੇ ਸੀਐਮ ਦੀ ਫੋਟੋ ਤੇ ਇਤਰਾਜ਼ ਕੀਤਾ, ਕਹਿੰਦੇ ਅਸੀਂ ਇਹ ਫੋਟੋ ਨਹੀਂ ਲੱਗਣ ਦੇਣੀ। ਦੂਸਰੇ ਪਾਸੇ ਹੁਣ ਢੰਗ ਤਰੀਕਾ ਇਹ ਵੀ ਕੱਢਿਆ ਜਾ ਰਿਹਾ, ਕਿਤੇ ਨਾ ਕਿਤੇ ਉਹ ਫਾਈਨਲ ਸ਼ੇਪ ਦੇ ਵਿੱਚ ਆਊਗਾ ਕਿ ਕੀ ਕੇਂਦਰ ਸਰਕਾਰ ਇਸ ਗੱਲ ਤੇ ਮੰਨ ਜੂਗਾ ਕਿ ਨਾਲ ਪ੍ਰਧਾਨ ਮੰਤਰੀ ਦੀ ਵੀ ਫੋਟੋ ਲਾ ਦਿਓ। ਨਰਿੰਦਰ ਮੋਦੀ, ਤੁਹਾਨੂੰ ਪਤਾ ਹੀ ਹੈ ਕਿ ਉਹ ਪਬਲਿਸਿਟੀ ਲਈ ਕਿੰਨੇ ਕਾਹਲੇ ਰਹਿੰਦੇ ਨੇ, ਇਕੱਲੇ ਜਾ ਕੇ ਹਰ ਜਗ੍ਹਾ ਤੇ ਫੋਟੋ ਖਿਚਾਉਂਦੇ ਨੇ। ਉਹਨਾਂ ਨੂੰ ਵੀ ਤੁਹਾਨੂੰ ਪਤਾ ਕਿ ਆਪਣੀ ਮਸ਼ਹੂਰੀ ਹੋਣ ਦਾ, ਆਪਣੀ ਪਬਲਿਸਿਟੀ ਦਾ ਕਿੰਨਾ ਚਾਅ। ਸੋ ਸੀਐਮ ਦੀ ਫੋਟੋ ਨੂੰ ਲੈ ਕੇ, ਸੀਐਮ ਦੇ ਅਪਰੂਵਲ ਨੂੰ ਲੈ ਕੇ ਇਸ ਹੈਲਥ ਮਿਨਿਸਟਰ ਨੇ ਸੀਐਮ ਨੂੰ ਵੀ ਦੱਸਿਆ, ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਦੱਸਿਆ ਕਿ ਆਹ ਸਮੱਸਿਆ ਆ ਗਈ। ਪਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਆ, ਪੰਜਾਬ ਦਾ ਕੋਈ, ਚਾਹੇ ਉਹ ਹੈਲਥ ਮਿਨਿਸਟਰ ਬਲਬੀਰ ਸਿੰਘ ਹੋਣ ਤੇ ਚਾਹੇ ਪੰਜਾਬ ਦੇ ਕੋਈ ਵੀ ਅਫਸਰ ਹੋਣ, ਹੈਲਥ ਮਹਿਕਮੇ ਦੇ ਅਫਸਰ ਹੋਣ, ਸੀਨੀਅਰ ਅਫਸਰ ਹੋਣ, ਕੋਈ ਵੀ ਜਾ ਕੇ ਭਗਵੰਤ ਮਾਨ ਨੂੰ ਇਹ ਗੱਲ ਦੱਸਣ ਲਈ ਤਿਆਰ ਨਹੀਂ ਹੈ ਕਿ ਤੁਸੀਂ ਜੇ ਆਪਣੀ ਫੋਟੋ ਲਾ ਲਓ, ਇੱਥੇ ਆਪਾਂ ਜੋ ਕੇਂਦਰ ਸਰਕਾਰ ਕਹਿ ਰਹੀ ਆ ਉਸ ਹਿਸਾਬ ਨਾਲ ਲਾ ਲੈਂਦੇ ਆ। ਜੋ ਕਹਿੰਦੇ ਘੱਟੋ ਘੱਟ ਆਪਾਂ ਨੂੰ ਪੈਸੇ ਮਿਲ ਜਾਣਗੇ, ਘੱਟੋ ਘੱਟ ਮਰੀਜ਼ਾਂ ਦਾ ਇਲਾਜ ਜਿਹੜਾ ਉਹ ਹੋ ਜਾਊਗਾ, ਉੱਥੇ ਕੋਈ ਦਵਾਈਆਂ ਦੀ ਕਮੀ ਨਹੀਂ ਆਊਗੀ, ਕੋਈ ਡਾਕਟਰਸ ਦੀ ਕਮੀ ਨਹੀਂ ਆਊਗੀ, ਜਾਂ ਕੋਈ ਪੈਰਾਮੈਡਿਕ ਸਟਾਫ ਆ ਜਾਂ ਹੋਰ ਸਹੂਲਤਾਂ ਨੇ ਜੋ ਇਹਨਾਂ ਡਿਸਪੈਂਸਰੀ ਦੇ ਵਿੱਚ, ਆਮ ਆਦਮੀ ਕਲੀਨਿਕਸ ਦੇ ਵਿੱਚ ਹੋਣਗੀਆਂ। ਇਹ ਤਾਂ ਇੱਕ ਗੱਲ ਆ, ਕਿਉਂਕਿ ਇਹ ਜਿਹੜਾ ਸਾਰਾ ਸਕੀਮ ਆ ਇਹ ਆਯੁਸ਼ਮਾਨ ਭਾਰਤ ਤੇ ਇਹਨਾਂ ਦਾ ਨਾਂ ਅਸਲ ਦੇ ਵਿੱਚ ਰੱਖਣਾ ਸੀ ਹੈਲਥ ਐਂਡ ਵੈਲਨੈਸ ਸੈਂਟਰਸ।
ਇਹ ਚੀਜ਼ ਤਾਂ ਇਹਨਾਂ ਨੇ ਰੱਖੀ ਨਹੀਂ, ਨਾਮ ਰੱਖਤਾ ਇਹਨਾਂ ਦਾ ਆਮ ਆਦਮੀ ਕਲੀਨਿਕਸ। ਸੋ ਇਸ ਕਰਕੇ ਤੁਸੀਂ ਆਪ ਦੇਖ ਸਕਦੇ ਹੋ ਕਿ ਆਪਸ ਦੇ ਵਿੱਚ ਹਜੇ ਵੀ ਇਹ ਜਿਹੜਾ ਝਗੜਾ ਉਹ ਚੱਲ ਰਿਹਾ। ਪਰ ਕਦੇ ਤੁਸੀਂ ਸੋਚਿਆ ਕਿ ਇਹ ਸਰਕਾਰਾਂ ਆਪਣੀਆਂ ਫੋਟੋਆਂ ਲਾਉਣ ਪਿੱਛੇ ਲੜਦੀਆਂ ਜਾਂ ਆਪਣੇ ਪਾਰਟੀ ਦਾ ਨਾਂ ਇਹਦੇ ਵਾਸਤੇ ਵਰਤਣ ਲਈ ਲੜਦੀਆਂ? ਕਿਉਂਕਿ ਕੇਂਦਰ ਨੂੰ ਤਾਂ ਇਹ ਲੱਗਦਾ ਹੋਣਾ ਕਿ ਆਪਣਾ ਨਾਂ ਵਰਤ ਲਿਆ ਇਹਨਾਂ ਨੇ ਆਮ ਆਦਮੀ ਕਲੀਨਿਕ ਰੱਖ ਲਿਆ, ਅਸੀਂ ਤਾਂ ਨਾਂ ਇਹਨਾਂ ਨੂੰ ਹੋਰ ਦੇਣਾ ਸੀ। ਲੋਕਾਂ ਦੀ ਕਿਹਨੂੰ ਚਿੰਤਾ? ਇਸ ਗੱਲ ਤੇ ਇਹਨਾਂ ਦੋਨਾਂ ਨਾ ਕੇਂਦਰ ਸਰਕਾਰ ਦਾ ਤੇ ਨਾ ਹੀ ਪੰਜਾਬ ਸਰਕਾਰ ਦਾ ਕਿਸੇ ਤਰ੍ਹਾਂ ਦਾ ਕੋਈ ਧਿਆਨ ਆ। ਵੈਸੇ ਤੁਹਾਨੂੰ ਮੈਂ ਇੱਕ ਹੋਰ ਸਨ 2021 ਦੀ ਵੀ ਉਹ ਐਗਜ਼ਾਮਪਲ ਦਿੰਨਾ, ਉਦਾਹਰਨ ਦਿੰਨਾ। ਜਦੋਂ ਅਰਵਿੰਦ ਕੇਜਰੀਵਾਲ ਨੇ ਆਪਣੀ ਦਿੱਲੀ ਸ਼ਹਿਰ ਦੇ ਵਿੱਚ ਲੋਕਾਂ ਨੂੰ ਡੋਰ ਟੂ ਡੋਰ ਯਾਨੀ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਅਨਾਜ ਵੰਡਣ ਦੀ ਗੱਲ ਕਹੀ ਸੀ, ਕੇਂਦਰ ਸਰਕਾਰ ਨੇ ਉਦੋਂ ਵੀ, ਅਕਤੂਬਰ ਸਨ 2021 ਦੀ ਗੱਲ ਆ, ਕੇਂਦਰ ਸਰਕਾਰ ਨੇ ਉਦੋਂ ਵੀ ਇਹ ਮੁੱਦਾ ਉਠਾ ਲਿਆ ਸੀ। ਕਹਿੰਦੇ ਨਾ, ਇੱਦਾਂ ਤਾਂ ਨਹੀਂ ਅਸੀਂ ਕਰਨ ਦੇਣਾ, ਕਿਉਂਕਿ ਕੇਂਦਰ ਨੂੰ ਲੱਗਦਾ ਸੀ ਕਿ ਜੇ ਇਹਨਾਂ ਨੇ ਘਰਾਂ ਦੇ ਵਿੱਚ ਅਨਾਜ ਵੰਡਣਾ ਸ਼ੁਰੂ ਕਰਤਾ, ਲੋਕ ਤਾਂ ਇਹਨਾਂ ਨੂੰ ਪਸੰਦ ਹੀ ਬਹੁਤ ਕਰਨ ਲੱਗ ਜਾਣਗੇ। ਕਹਿੰਦੇ ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਆ ਸਨ 2013 ਦਾ, ਉਹਦੇ ਅਨੁਸਾਰ ਤਾਂ ਤੁਸੀਂ ਵੰਡ ਹੀ ਨਹੀਂ ਸਕਦੇ। ਇਸ ਕਰਕੇ ਜਿਸ ਤਰ੍ਹਾਂ ਪਹਿਲਾਂ ਚੱਲਦਾ ਉਸੇ ਤਰ੍ਹਾਂ ਚੱਲਣ ਦਿਓ। ਯਾਨੀ ਫਿਰ ਮੈਂ ਦੁਬਾਰਾ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਸਰਕਾਰਾਂ ਨੂੰ ਲੋਕਾਂ ਨੂੰ ਕੀ ਚਾਹੀਦਾ, ਉਸ ਨਾਲ ਕੋਈ ਸਰੋਕਾਰ ਘੱਟ ਆ। ਆਪਣੀ ਪਬਲਿਸਿਟੀ ਕਿੰਨੀ ਹੋਣੀ ਚਾਹੀਦੀ ਆ, ਉਸ ਲਈ ਸਰੋਕਾਰ ਇਹਨਾਂ ਦੇ ਕਿਤੇ ਵੱਧ ਆ। ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰੋ, ਜਦੋਂ ਐਂਬੂਲੈਂਸ 108 ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਫੋਟੋਆਂ ਲੱਗ ਗਈਆਂ ਸੀ, ਔਰ ਉਹ ਵੀ ਸਕੀਮ ਉਸ ਵਕਤ ਕੇਂਦਰ ਸਰਕਾਰ ਤੋਂ ਆਈ ਸੀ। ਇੱਥੇ ਕਾਂਗਰਸ ਨੇ ਬਹੁਤ ਰੌਲਾ ਪਾਇਆ ਸੀ, ਇੱਥੋਂ ਤੱਕ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਮਾਮਲਾ ਗਿਆ ਸੀ। ਔਰ ਕੱਲੀਆਂ ਐਂਬੂਲੈਂਸ ਤੇ ਉਹਨਾਂ ਨੇ ਫੋਟੋਆਂ ਨਹੀਂ ਸੀ ਲਾਈਆਂ, ਉਹਨਾਂ ਨੇ ਜਿਹੜੇ ਮਾਈ ਭਾਗੋ ਸਕੀਮ ਚਲਾਈ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਸਾਈਕਲਾਂ ਤੇ ਜਿਹੜੇ ਕੁੜੀਆਂ ਨੂੰ ਸਾਈਕਲ ਵੰਡੇ ਸੀ, ਸਟੂਡੈਂਟਸ ਨੂੰ ਵੰਡੇ ਸੀ, ਉਹਨਾਂ ਉੱਤੇ ਵੀ ਫੋਟੋ ਲਾਤੀ ਸੀ। ਇੱਥੋਂ ਤੱਕ ਕਿ ਜਿਹੜੇ ਭਾਂਡੇ ਵੰਡੇ ਗਏ ਸੀ ਇਸੇ ਸਰਕਾਰ ਵੱਲੋਂ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ, ਉਹ 'ਤੇ ਵੀ ਫੋਟੋ ਲਾਤੀ ਸੀ। ਪਰ ਉਹੀ ਸਰਕਾਰ, ਇਹ ਸਨ 2015 ਦੀ ਮੈਂ ਗੱਲ ਕਰ ਰਿਹਾ, ਸਨ 2017 ਦੇ ਵਿੱਚ ਇਹ ਸਰਕਾਰ ਹਾਰ ਗਈ। ਜਿੰਨੀਆਂ ਮਰਜ਼ੀ ਫੋਟੋਆਂ ਲਾ ਲਓ, ਲੋਕਾਂ ਨੇ ਫੋਟੋਆਂ ਨਾਲ ਤੁਹਾਨੂੰ ਵੋਟਾਂ ਨਹੀਂ ਦੇਣੀਆਂ। ਤੇ ਅੱਗੇ ਆ ਜਾਓ, ਫਿਰ ਆਉਂਦੇ ਨੇ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਦੀ ਬੜੀ ਇੱਕ ਹੋਰ ਬੜੀ ਹੈਰਾਨ ਕਰਨ ਵਾਲੀ ਔਰ ਕਾਫੀ ਲੱਗਦਾ ਕਿ ਇਸ ਤਰ੍ਹਾਂ ਦੇ ਵੀ ਮੁੱਖ ਮੰਤਰੀ ਹੁੰਦੇ ਆ। ਜਦੋਂ ਕੋਵਿਡ-19 ਵਾਇਰਸ ਦਾ ਫੈਲਾਅ ਹੋਇਆ, ਮੈਂ ਸਨ 2020 ਦੀ ਗੱਲ ਕਰ ਰਿਹਾ, ਤੇ ਇਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੋਚਿਆ ਕਿ ਲੋਕਾਂ ਨੂੰ ਕਿਟਸ ਵੰਡੀਆਂ ਜਾਣ, ਜਿਨ੍ਹਾਂ ਨੂੰ ਕੋਵਿਡ-19 ਕਿਟਸ ਕਹਿੰਦੇ ਸੀ। ਉਹਨਾਂ ਦੇ ਵਿੱਚ ਮੈਡੀਸਨ ਸੀ, ਉਹਨਾਂ ਦੇ ਵਿੱਚ ਥਰਮਾਮੀਟਰ ਸੀ, ਆਕਸੀਮੀਟਰ ਸੀ, ਜਿਹਦੇ ਨਾਲ ਤੁਹਾਡਾ ਆਕਸੀਜਨ ਲੈਵਲ ਕੀ ਆ ਉਹ ਚੈੱਕ ਕਰਨਾ ਹੁੰਦਾ, ਤਮਾਮ ਤਰ੍ਹਾਂ ਦੀਆਂ ਚੀਜ਼ਾਂ ਸੀ। ਉਹ ਕਿਟਸ ਵੰਡਣ ਦੇ ਵਿੱਚ ਘੱਟੋ ਘੱਟ 18 ਤੋਂ 20 ਦਿਨ ਦਾ ਡਿਲੇ ਇਸ ਕਰਕੇ ਹੋ ਗਿਆ ਸੀ ਕਿਉਂਕਿ ਉਸ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨਹੀਂ ਸੀ ਲੱਗੀ। ਹੁਣ ਤੁਸੀਂ ਆਪ ਦੱਸੋ, ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਨਾ ਲੱਗੀ ਹੋਵੇ ਤੇ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਆ ਉਹ ਉਡੀਕ ਰਹੇ ਹੋਣ ਕਿ ਕਿਟਸ ਕਦੋਂ ਆਉਣਗੀਆਂ। ਇਸ ਦੇ ਬਾਵਜੂਦ ਵੀ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਨ 2022 ਤੇ ਨਾ ਹੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਨ 2022 ਦੇ ਵਿੱਚ ਜਿੱਤੀ, ਯਾਨੀ ਕਿ ਕਾਂਗਰਸ ਫੇਰ ਹਾਰ ਗਈ। ਫੋਟੋਆਂ ਨਾਲ ਨਹੀਂ ਜਿੱਤਦੇ, ਇਹ ਬਾਰ-ਬਾਰ ਇਹ ਗੱਲਾਂ ਆਉਂਦੀਆਂ ਨੇ, ਪਰ ਇਹ ਸਰਕਾਰਾਂ ਤੁਹਾਨੂੰ ਇਹ ਜਤਾਉਂਦੀਆਂ ਕਿ ਸਾਰੀ ਲੜਾਈ ਹੀ ਫੋਟੋ ਦੀ ਹੈ, ਸਾਰੀ ਲੜਾਈ ਬ੍ਰਾਂਡਿੰਗ ਦੀ ਹੈ। ਇਸ ਕਰਕੇ ਲੋਕਾਂ ਨੂੰ ਮੈਨੂੰ ਲੱਗਦਾ ਹੋਰ ਅਵੇਅਰ ਹੋਣ ਦੀ ਲੋੜ ਆ ਕਿ ਜਿਹੜੇ ਅਸਲੀ ਮਾਮਲੇ ਆ ਉਹਨਾਂ ਤੋਂ ਇਹ ਲੋਕ ਕਿੱਦਾਂ ਤੁਹਾਡਾ ਧਿਆਨ ਭਟਕਾਉਂਦੇ ਨੇ। ਅਰਵਿੰਦ ਕੇਜਰੀਵਾਲ, ਤੁਸੀਂ ਦੇਖੋ, ਇਹ ਲੋਕ ਬਦਲਾਅ ਕਰਨ ਆਏ ਸੀ ਤੇ ਕਿਸ ਤਰ੍ਹਾਂ ਬਦਲਾਅ ਕਰਦੇ ਕਰਦੇ ਇਹ ਚਾਹੁੰਦੇ ਨੇ ਲੋਕਾਂ ਦੀ ਸੋਚ ਹੀ ਬਦਲ ਦਿਓ, ਉਹਨਾਂ ਨੂੰ ਕਿਸੇ ਹੋਰ ਪਾਸੇ ਲਾ ਦਿਓ। ਦੇਖਦੇ ਆ ਕਿ ਇਹ ਲੜਾਈ ਹੁਣ ਕਿੰਨੀ ਕੁ ਦੂਰ ਤੱਕ ਜਾਂਦੀ ਆ, ਤੇ ਇਸ ਦੌਰਾਨ ਕਿ ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਇਹਨਾਂ ਆਮ ਆਦਮੀ ਕਲੀਨਿਕਸ ਕਹਿ ਲਓ ਜਾਂ ਪ੍ਰਾਇਮਰੀ ਹੈਲਥ ਸੈਂਟਰਸ ਕਹਿ ਲਓ ਜਾਂ ਰੂਰਲ ਡਿਸਪੈਂਸਰੀਜ਼ 'ਚ ਕਹਿ ਲਓ ਜਾਂ ਸਿਵਲ ਹਸਪੀਟਲਸ 'ਚ ਕਹਿ ਲਓ, ਕਿ ਲੋਕਾਂ ਨੂੰ ਸੁਵਿਧਾਵਾਂ ਮਿਲਣਗੀਆਂ, ਕਿਤੇ ਉਹਨਾਂ ਦੀਆਂ ਸੁਵਿਧਾਵਾਂ ਤਾਂ ਨਹੀਂ ਪ੍ਰਭਾਵਿਤ ਹੋਣਗੀਆਂ। ਸੁਪਰੀਮ ਕੋਰਟ ਦੇ ਇਸ ਫੈਸਲੇ ਨੇ, ਜਿਸ ਵਿੱਚ ਉਹਨਾਂ ਨੇ ਸੰਜੇ ਕੁਮਾਰ ਮਿਸ਼ਰਾ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ, ਈਡੀ ਦੇ ਡਾਇਰੈਕਟਰ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਇੱਕ ਹੋਰ ਐਕਸਟੈਂਸ਼ਨ ਦੇਣ ਲਈ ਮੰਨ ਲਿਆ ਕਿ ਅਸੀਂ ਇਹਨਾਂ ਨੂੰ 15 ਸਤੰਬਰ ਤੱਕ ਇੱਕ ਹੋਰ ਐਕਸਟੈਂਸ਼ਨ ਦੇਣ ਲਈ ਤਿਆਰ ਹਾਂ।
ਇਸ ਉੱਤੇ ਖਾਸ ਤੌਰ ਤੇ ਜਿਹੜੇ ਕਾਨੂੰਨ ਦੇ ਮਾਹਰ ਨੇ ਉਹਨਾਂ ਨੂੰ ਬੜੀ ਹੈਰਾਨਗੀ ਹੋਈ ਕਿ ਸੁਪਰੀਮ ਕੋਰਟ ਨੇ ਆਪਣੇ ਆਰਡਰਸ ਨੂੰ ਪਲਟਤਾ, ਆਪਣੇ ਹੀ ਆਰਡਰਸ ਦੀ ਉਲੰਘਣਾ ਕਰਤੀ। ਇੱਕ ਪਾਸੇ ਤਾਂ ਤੁਸੀਂ ਪਿਛਲੇ ਦਿਨਾਂ 'ਚ 11 ਜੁਲਾਈ ਨੂੰ ਇਹ ਗੱਲ ਕਹੀ ਸੀ ਕਿ ਸੰਜੇ ਕੁਮਾਰ ਮਿਸ਼ਰਾ ਦੀ ਨਿਯੁਕਤੀ ਤੇ ਜਿਹੜੀਆਂ ਐਕਸਟੈਂਸ਼ਨ ਉਸ ਨੂੰ ਬਾਰ-ਬਾਰ ਦਿੱਤੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਵੱਲੋਂ, ਉਹ ਬਿਲਕੁਲ ਗੈਰ ਕਾਨੂੰਨੀ ਹੈ। ਇਸ ਕਰਕੇ ਉਹਨਾਂ ਨੂੰ 31 ਜੁਲਾਈ ਤੱਕ ਚਲਤਾ ਕਰ ਦਿਓ। ਦੂਸਰੇ ਪਾਸੇ ਸਰਕਾਰ ਆਉਂਦੀ ਹੈ, ਕੇਂਦਰ ਸਰਕਾਰ ਇੱਕ ਐਫੀਡੇਵਿਟ ਫਾਈਲ ਕਰਦੀ ਆ। ਤੁਸ਼ਾਰ ਮਹਿਤਾ ਉਹਨਾਂ ਦੇ ਸੋਲਿਸਿਟਰ ਜਨਰਲ ਆ ਕੇ ਕਹਿੰਦੇ ਆ ਕਿ ਘੱਟੋ ਘੱਟ ਜੀ ਇਹਨਾਂ ਨੂੰ ਸਾਨੂੰ 15 ਨਵੰਬਰ ਤੱਕ ਦੇ ਦਿਓ। ਤੇ ਫਿਰ ਜਸਟਿਸ BR ਗਵਈ, ਜਸਟਿਸ ਵਿਕਰਮ ਨਾਥ ਤੇ ਇਸੇ ਤਰ੍ਹਾਂ ਜਸਟਿਸ ਸੰਜੇ ਕੈਰੋਲ, ਇਹ ਸਾਰੇ 3 ਜੱਜਿਸ ਦਾ ਬੈਂਚ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਤਾ ਤੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਬੈਂਚ ਕਹਿੰਦਾ ਚਲੋ 15 ਨਵੰਬਰ ਤੱਕ ਤਾਂ ਨਹੀਂ, ਅਸੀਂ ਤੁਹਾਨੂੰ 15 ਸਤੰਬਰ ਤੱਕ ਰਾਤ ਦੇ 12 ਵਜੇ ਤੱਕ ਇਸ ਸੰਜੇ ਕੁਮਾਰ ਮਿਸ਼ਰਾ ਨੂੰ ਤੁਹਾਨੂੰ ਦੁਬਾਰਾ ਦੇ ਦਿੰਦੇ ਆ, ਤੁਹਾਨੂੰ ਫਿਰ ਇੱਕ ਵਾਰੀ ਇਸ ਅਫਸਰ ਨੂੰ ਦੇ ਦਿੰਦੇ ਆ। ਪਰ ਹਾਂ, ਟਿੱਪਣੀਆਂ ਉਹਨਾਂ ਦੀਆਂ ਜ਼ਰੂਰ ਆਈਆਂ। ਕਹਿੰਦੇ ਇੱਥੋਂ ਤੁਹਾਡੇ ਸਾਰੇ ਮਹਿਕਮੇ ਦਾ, ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਇੱਕ ਤਰ੍ਹਾਂ ਦੀ ਇਨਕੰਪੀਟੈਂਸ ਝਲਕਦੀ ਆ। ਇਸ ਤਰ੍ਹਾਂ ਲੱਗਦਾ ਤੁਹਾਡਾ ਸਾਰੇ ਦਾ ਸਾਰਾ ED ਬਿਲਕੁਲ ਨਿਕੰਮਾ ਤੇ ਕੇਵਲ ਤੁਸੀਂ ਇੱਕ ਹੀ ਬੰਦੇ ਤੇ ਨਿਰਭਰ ਕਰ ਰਹੇ ਹੋ। ਇੱਥੋਂ ਤਾਂ ਇਹੀ ਜ਼ਾਹਿਰ ਹੁੰਦਾ। ਪਰ ਨਾਲ ਦੀ ਨਾਲ ਅਲਾਓ ਕਰਨਾ, ਇਹ ਆਪਣੇ ਆਪ ਦੇ ਵਿੱਚ 11 ਜੁਲਾਈ ਦੇ ਉਸ ਫੈਸਲੇ ਦਾ ਬਿਲਕੁਲ ਉਲਟਾ, ਜਦੋਂ ਇਸੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨਹੀਂ, ਇਹਨਾਂ ਨੂੰ 31 ਜੁਲਾਈ ਨੂੰ ਜਾਣਾ ਚਾਹੀਦਾ। ਇਸ ਤੋਂ ਇਲਾਵਾ ਸਨ 2021 ਦੀ ਵੀ ਮੈਂ ਗੱਲ ਕਰਾਂ, ਸਨ 2021 ਦਾ ਹਵਾਲਾ ਦੇ ਕੇ ਇਹਨਾਂ ਨੇ 11 ਜੁਲਾਈ ਵਾਲਾ ਆਪਣਾ ਫੈਸਲਾ ਦਿੱਤਾ ਸੀ ਸੁਪਰੀਮ ਕੋਰਟ ਨੇ ਕਿ ਅਸੀਂ ਸਨ 2021 ਦੇ ਵਿੱਚ ਕਿਹਾ ਸੀ ਕਿ ਇਸ ਤਰ੍ਹਾਂ ਦੀ ਐਕਸਟੈਂਸ਼ਨ ਨਹੀਂ ਦੇਣੀ ਚਾਹੀਦੀ, ਪਰ ਬਾਰ-ਬਾਰ ਇਹ ਕਹਿ ਕੇ ਐਕਸਟੈਂਸ਼ਨ ਲਈਆਂ ਗਈਆਂ ਔਰ ਦਿੱਤੀਆਂ ਗਈਆਂ ਔਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਸੁਪਰੀਮ ਕੋਰਟ ਨੇ ਖੁਦ ਕਿਹਾ ਸੀ। ਪਰ ਇਸੇ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਆਪਣੇ ਹੀ ਫੈਸਲੇ ਨੂੰ ਪਲਟਤਾ, ਇਸ ਗੱਲ ਤੇ ਬਹੁਤ ਹੈਰਾਨੀ ਹੋਈ ਕਿ ਤੁਸੀਂ ਇੱਕ ਤਰ੍ਹਾਂ ਦਾ ਕਿਤੇ ਕੋਈ ਪ੍ਰੈਸੀਡੈਂਟ ਤਾਂ ਨਹੀਂ ਸੈੱਟ ਕਰਤਾ, ਇੱਕ ਤਰ੍ਹਾਂ ਦਾ ਉਦਾਹਰਨ ਤਾਂ ਨਹੀਂ ਸੈੱਟ ਕਰਤੀ। ਕਿਉਂਕਿ ਇਸ ਉਦਾਹਰਨ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਰਕਾਰਾਂ ਜਿਹੜੀਆਂ ਉਹ ਤੁਹਾਡੇ ਕੋਲ ਆਉਣਗੀਆਂ ਕਿ ਜੇ ਸੰਜੇ ਕੁਮਾਰ ਮਿਸ਼ਰਾ ਦੀ ਗੱਲ ਸੁਣੀ ਜਾ ਸਕਦੀ ਆ ਤੇ ਫਿਰ ਸਾਡੀ ਕਿਉਂ ਨਹੀਂ। ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਾਨੂੰਨੀ ਮਾਹਰ ਆ ਉਹਨਾਂ ਨੇ ਟਿੱਪਣੀਆਂ ਵੀ ਕੀਤੀਆਂ, ਅੱਜ ਲੇਖ ਵੀ ਲਿਖੇ ਆ ਕਿ ਸੁਪਰੀਮ ਕੋਰਟ ਨੇ ਇਹ ਠੀਕ ਨਹੀਂ ਕੀਤਾ। ਸੁਪਰੀਮ ਕੋਰਟ ਨੂੰ ਤਾਂ ਕਾਨੂੰਨ ਦਾ ਜਿਹੜਾ ਹਵਾਲਾ ਦੇ ਕੇ ਜਾਂ ਕਾਨੂੰਨ ਨੂੰ ਸਥਾਪਿਤ ਕਰਨਾ ਹੁੰਦਾ, ਰੂਲ ਆਫ ਲਾਅ ਨੂੰ ਸਥਾਪਿਤ ਕਰਨਾ ਹੁੰਦਾ। ਤੇ ਜੇ ਸੁਪਰੀਮ ਕੋਰਟ ਹੀ ਆਪਣੇ ਦਿੱਤੇ ਹੋਏ ਫੈਸਲਿਆਂ ਨੂੰ ਪਲਟਣ ਲੱਗ ਜੇ ਤੇ ਫਿਰ ਇਹ ਭਾਰਤ ਲਈ, ਭਾਰਤ ਦੇ ਕਾਨੂੰਨ ਲਈ ਜਾਂ ਭਾਰਤ ਦੀ ਕਾਨੂੰਨ ਵਿਵਸਥਾ ਲਈ ਜਾਂ ਜੁਡੀਸ਼ਰੀ ਲਈ ਔਰ ਖਾਸ ਤੌਰ ਤੇ ਹਾਈਐਸਟ ਕੋਰਟ ਲਈ, ਜਿਹੜੀ ਸਿਖਰਲੀ ਅਦਾਲਤ ਆ, ਐਪਿਕਸ ਕੋਰਟ ਆ, ਜੇ ਉਹੀ ਇਸ ਤਰ੍ਹਾਂ ਕਰਨ ਲੱਗ ਜੂਗਾ ਤੇ ਫਿਰ ਨਿਚਲੀਆਂ ਅਦਾਲਤਾਂ ਕੀ ਕਰਨਗੀਆਂ। ਇਸ ਗੱਲ ਨੂੰ ਲੈ ਕੇ ਇਸ ਟਾਈਮ ਕਾਫੀ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਦੇ ਵਿੱਚ ਬਹਿਸ ਹੋ ਰਹੀ ਆ। ਪਰ ਦੂਸਰੇ ਪਾਸੇ ਤੁਸੀਂ ਦੇਖੋ ਭਾਰਤ ਸਰਕਾਰ, ਉਹਨਾਂ ਨੂੰ ਲੱਗਦਾ ਉਹ ਠੀਕ ਆ, ਉਹਨਾਂ ਦੇ ਕੀ ਪੋਲੀਟੀਕਲ ਰੀਜ਼ਨਸ ਹੋਣਗੇ ਨਹੀਂ ਹੋਣਗੇ, ਉਸ ਉੱਤੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ED ਦਾ ਇਸਤੇਮਾਲ ਕੀਤਾ ਜਾਂਦਾ। ਔਰ ਤੁਹਾਨੂੰ ਪਤਾ ਇਸੇ ਸੁਪਰੀਮ ਕੋਰਟ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਮਿਲ ਕੇ ਇੱਕ ਯਾਚਿਕਾ, ਇੱਕ ਅਰਜ਼ੀ ਦਾਖਲ ਕੀਤੀ ਸੀ ਕਿ ਜੋ ਪਾਵਰਸ ED ਨੂੰ ਤੁਸੀਂ ਦਿੱਤੀਆਂ ਉਹਦਾ ਸਾਡੇ ਪ੍ਰਤੀ, ਸਾਡੇ ਖਿਲਾਫ ਬਹੁਤ ਗਲਤ ਇਸਤੇਮਾਲ ਹੋ ਰਿਹਾ। ਤੇ ਉਹ ਠੀਕ ਆ ਕਿ ਉਹ ਵੱਖਰੀ ਗੱਲ ਆ, ਸੁਪਰੀਮ ਕੋਰਟ ਨੇ ਉਸ ਨੂੰ ਬਹੁਤ ਜ਼ਿਆਦਾ ਕੋਈ ਐਂਟਰਟੇਨ ਨਹੀਂ ਕੀਤਾ ਜਾਂ ਉਸ ਤੇ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪਰ ਇੱਥੋਂ ਘੱਟੋ ਘੱਟ ਉਹਨਾਂ ਨੂੰ ਇਹ ਤਾਂ ਅੰਦਾਜ਼ਾ ਹੈ ਨਾ ਕਿ ਕਿਸ ਤਰ੍ਹਾਂ ED ਦਾ ਇਸਤੇਮਾਲ ਹੁੰਦਾ, ਪੋਲੀਟੀਕਲ ਇਸਤੇਮਾਲ ਹੁੰਦਾ। ਔਰ ਇਸ ਦੇ ਬਾਵਜੂਦ ਵੀ ਜਿਸ ਤਰ੍ਹਾਂ ਐਕਸਟੈਂਸ਼ਨ ਅਲਾਓ ਕਰ ਦਿੱਤੀ ਗਈ, ਇਹ ਮੈਨੂੰ ਲੱਗਦਾ ਬਹੁਤ ਕੋਈ ਵਧੀਆ ਉਦਾਹਰਨ ਸੁਪਰੀਮ ਕੋਰਟ ਨੇ ਨਹੀਂ ਸੈੱਟ ਕੀਤੀ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।